ਸਾਰੇ ਵਿਦਿਆਰਥੀਆਂ ਨੂੰ ਸਤਿ ਸ਼੍ਰੀ ਅਕਾਲ। ਆਪਾਂ ਪਿਛਲੇ ਲੈਕਚਰ ਦੇ ਵਿੱਚ ਸਟੈਟਿਕਸ ਬੁੱਕਸ ਦਾ ਮੂਵਮੈਂਟ ਚੈਪਟਰ ਸ਼ੁਰੂ ਕੀਤਾ ਸੀਗਾ ਤੇ ਪਿਛਲੇ ਲੈਕਚਰ ਵਿੱਚ ਆਪਾਂ ਦੇਖਿਆ ਸੀਗਾ ਕਿ ਮੂਵਮੈਂਟ ਕੱਢਣਾ ਕਿਵੇਂ ਹੁੰਦਾ। ਅੱਜ ਇਹਦੇ ਉੱਪਰ ਬੇਸਡ ਕਾਫੀ ਇੰਪੋਰਟੈਂਟ ਥਿਊਰਮ ਹੈਗੀ ਹੈ। ਇਹ ਥਿਊਰਮ ਦੇ ਉੱਪਰ ਬੇਸਡ ਆਪਾਂ ਨਿਊਮੈਰੀਕਲ ਕਰਦੇ ਹਾਂ। ਇਸ ਲੈਕਚਰ ਦੇ ਵਿੱਚ ਥਿਊਰਮ ਆਪਾਂ ਨੈਕਸਟ ਲੈਕਚਰ ਦੇ ਵਿੱਚ ਪ੍ਰੂਵ ਕਰਾਂਗੇ। ਇਹ ਥਿਊਰਮ ਹੈ ਕਿ ਇਹ ਕਾਫੀ ਇੰਪੋਰਟੈਂਟ ਥਿਊਰਮ ਆ ਜੀ। ਥਿਊਰਮ ਦਾ ਪ੍ਰੂਫ ਵੀ ਇੰਪੋਰਟੈਂਟ ਹੈਗਾ ਅਤੇ ਇਹਦੇ ਉੱਪਰ ਬੇਸਡ ਨਿਊਮੈਰੀਕਲ ਵੀ ਬਹੁਤ ਇੰਪੋਰਟੈਂਟ ਨੇ। ਇਹ ਥਿਊਰਮ ਹੈਗੀ ਆ ਆਪਣੇ ਕੋਲ ਵੈਰੀਗਨਨ ਥਿਊਰਮ। ਇਹ ਕਹਿੰਦੀ ਕੀ ਹੈਗੀ ਆ, the algebraic sum of moments of two coplanar forces acting on rigid body about any point in their plane is equal to moment of their resultant about that point। ਸੋ ਦੇਖਦੇ ਹਾਂ ਅਲਜੈਬਰਿਕ ਸਮ ਪਹਿਲਾਂ ਹੀ ਬਹੁਤ ਵਾਰੀ ਟਰਮ ਆਈ ਹੋਈ ਆ ਕਿ ਜਦੋਂ ਆਪਾਂ ਐਡ ਕਰਨਾ ਤਾਂ ਪਲੱਸ ਮਾਈਨਸ ਜਿਵੇਂ ਹੈਗਾ ਉਵੇਂ ਲੈਣਾ। ਜੇ ਨੈਗੇਟਿਵ ਆ ਨੈਗੇਟਿਵ ਲੈਣਾ, ਜੇ ਪੋਜ਼ਿਟਿਵ ਆ ਤਾਂ ਪੋਜ਼ਿਟਿਵ, ਮਤਲਬ ਪਲੱਸ ਮਾਈਨਸ ਧਿਆਨ ਚ ਰੱਖ ਕੇ ਫਿਰ ਸਮ ਕਰਨਾ ਆਪਾਂ। ਇਹ ਤਾਂ ਪਹਿਲਾਂ ਪੜਿਆ ਹੈ ਆਪਾਂ ਨੇ। ਹੁਣ ਇਹ ਲਿਖਿਆ ਕੀ ਹੋਇਆ ਕਿ ਟੂ ਕੋਪਲੇਨਰ ਫੋਰਸਿਸ, ਇਹ ਪਹਿਲਾਂ ਵੀ ਆਇਆ ਹੈ ਟੌਪਿਕ ਕਿ ਦੋਨੇ ਫੋਰਸ ਜਿਹੜੀਆਂ ਹੈਗੀਆਂ ਨੇ, ਜਿਵੇਂ ਇੱਕ ਆਹ ਫੋਰਸ ਇੱਕ ਆਹ ਫੋਰਸ, ਇਹ ਦੋਨੇ ਇੱਕੋ ਪਲੇਨ ਚ, ਪਲੇਨ ਮਤਲਬ ਬੋਰਡ ਤੇ ਬਣਾਉਣੀ ਆਪਾਂ ਦੋਨੇ ਫੋਰਸਿਸ ਕੋਪਲੇਨਰ ਹੋਣ, ਇੱਕੋ ਪਲੇਨ ਤੇ ਆਉਣ। ਸੋ ਐਕਟਿੰਗ ਔਨ ਰਿਜਿਡ ਬਾਡੀ, ਬਾਡੀ ਪਹਿਲਾਂ ਹੀ ਪਿਛਲੇ ਲੈਕਚਰ 'ਚ ਗੱਲ ਕੀਤੀ ਸੀ ਆਪਾਂ ਨੇ ਕਿ ਬਾਡੀ ਜਿਹੜੀ ਹੈਗੀ ਹੈ ਇਹ ਦਿਖਾਉਣ ਦੀ ਲੋੜ ਨਹੀਂ ਹੈਗੀ। ਅਬਾਊਟ ਐਨੀ ਪੁਆਇੰਟ, ਮੰਨ ਲਓ ਦੋ ਫੋਰਸਿਸ ਨੇ, ਆ ਪੀ ਫੋਰਸ ਆ, ਆ ਕਿਊ ਫੋਰਸ ਆ, ਅਬਾਊਟ ਐਨੀ ਪੁਆਇੰਟ ਏ। ਇਹ ਕਿਵੇਂ ਸਪੋਜ਼ ਕਰਨਾ, ਆਪਣੇ ਬਾਡੀ ਆ ਬਹੁਤ ਵੱਡੀ, ਇੱਕ ਫੋਰਸ ਇਧਰਲੇ ਪਾਸੇ ਲਾਈ, ਇੱਕ ਫੋਰਸ ਇਧਰਲੇ ਪਾਸੇ ਲਾਈ, ਤਾਂ A ਦੇ ਅਬਾਊਟ ਬਾਡੀ ਬਣੀ ਹੋਈ ਹੈ। ਦੱਸੋ A ਦੇ ਅਬਾਊਟ ਬਾਡੀ ਕਿਵੇਂ ਘੁੰਮੂਗੀ। ਟਰਨਿੰਗ ਇਫੈਕਟ ਨੂੰ ਕਿਹਾ ਸੀ, ਟਰਨਿੰਗ ਇਫੈਕਟ ਨੂੰ ਕਿਹਾ ਸੀ ਮੂਵਮੈਂਟ, ਮਤਲਬ ਬਾਡੀ ਕਿਵੇਂ ਟਰਨ ਕਰੇਗੀ ਜਾਂ ਕਿਵੇਂ ਰੋਟੇਟ ਕਰੇਗੀ, ਉਸ ਚੀਜ਼ ਨੂੰ ਆਪਾਂ ਨੇ ਕਿਹਾ ਸੀ। ਤੇ ਇਹ ਕਿਹਦੇ ਇਕੁਅਲ ਹੋਏਗਾ, ਦਿੱਤਾ ਕੀ ਹੋਇਆ ਇਜ਼ ਇਕੁਅਲ ਟੂ, ਜਿਹੜੀ ਵੈਰੀਗਨਨ ਥਿਊਰਮ ਕਹਿੰਦੀ ਹੈਗੀ ਆ ਕਿ ਮਤਲਬ ਤੁਸੀਂ ਕਰਨਾ ਕੀ ਆ, ਅਲਜੈਬਰਿਕ ਸਮ ਲਾਸਟ ਲੈਕਚਰ ਕੀਤਾ ਸੀ। ਪਹਿਲਾਂ ਜੋ ਆਪਾਂ ਨੂੰ ਡਾਟਾ ਗਿਵਨ ਸੀ, ਜੋ ਆਪਾਂ ਨੂੰ ਦਿੱਤਾ ਹੋਇਆ ਸੀਗਾ, ਉਹ ਦੇਖ ਕੇ ਆਪਾਂ ਨੇ ਫੋਰਸ ਇਨਟੂ ਪਰਪੈਂਡੀਕੂਲਰ ਡਿਸਟੈਂਸ ਡਰਾ ਕੀਤਾ ਸੀਗਾ। ਇਹਦਾ ਮੂਵਮੈਂਟ ਆ ਗਿਆ ਸੀ, ਮੂਵਮੈਂਟ ਆਫ ਫੋਰਸ P ਅਬਾਊਟ ਪੁਆਇੰਟ A ਕੱਢ ਲਵਾਂਗੇ, ਮੂਵਮੈਂਟ ਆਫ ਫੋਰਸ Q ਅਬਾਊਟ ਪੁਆਇੰਟ A ਕੱਢ ਲਵਾਂਗੇ, ਦੋਨਾਂ ਦਾ ਸਮ ਕਰ ਲਵਾਂਗੇ, ਉਹ ਅਲਜੈਬਰਿਕ ਸਮ ਆ ਜਾਏਗਾ। ਇਹ ਪਿਛਲਾ ਕੰਮ, ਇਹ ਉਰੇ ਤੱਕ ਦਾ ਇਹ ਮੀਨਿੰਗ ਹੈਗਾ ਕਿ ਅਲਜੈਬਰਿਕ ਸਮ ਆਫ ਮੂਵਮੈਂਟਸ ਆਫ ਟੂ ਕੋਪਲੇਨਰ ਫੋਰਸਿਸ ਔਨ ਰਿਜਿਡ ਬਾਡੀ ਅਬਾਊਟ ਐਨੀ ਪੁਆਇੰਟ, ਕੋਈ ਪੁਆਇੰਟ ਆਪਾਂ A ਸਪੋਜ਼ ਕਰ ਲਿਆ, ਇਨ ਦੇਅਰ ਪਲੇਨ, ਪਲੇਨ ਦੇ ਵਿੱਚ, ਮਤਲਬ ਜਿਹੜਾ A ਪੁਆਇੰਟ ਹੈਗਾ ਇਹ ਬੋਰਡ ਦੇ ਉੱਪਰ ਹੀ ਹੋਵੇ। ਪਲੇਨ ਮਤਲਬ ਕਿ ਜਿੱਥੇ ਆਪਾਂ ਫੋਰਸਿਸ ਬਣਾਈਆਂ ਨੇ ਉੱਥੇ ਹੀ ਪੁਆਇੰਟ ਹੋਵੇ, ਬਾਹਰ ਨਾ ਹੋਵੇ ਪਲੇਨ ਤੋਂ ਬਾਹਰ। ਸੋ ਪਲੇਨ ਦੇ ਉੱਪਰ ਹੀ ਬਣਾਉਂਦੇ ਆ ਪੁਆਇੰਟ ਆਪਾਂ। ਇਹ ਤਾਂ ਹੋ ਗਿਆ, ਪਹਿਲਾਂ ਲਾਸਟ ਲੈਕਚਰ ਕੀਤਾ ਸੀ ਕਿ ਇਹਦਾ ਮੂਵਮੈਂਟ ਕੱਢਿਆ ਸੀ, ਇਹਦਾ ਮੂਵਮੈਂਟ ਕੱਢਿਆ, ਦੋਨੇ ਮੂਵਮੈਂਟ ਕੱਢ ਕੇ ਆਪਾਂ ਨੇ ਅਲਜੈਬਰਿਕ ਸਮ ਕਰ ਲਵਾਂਗੇ। ਤਾਂ ਵੈਰੀਗਨਨ ਥਿਊਰਮ ਕਹਿੰਦੀ ਕੀ ਆ ਕਿ ਜੇ ਤੁਸੀਂ ਅਲਜੈਬਰਿਕ ਸਮ ਕਰੋਗੇ ਉਹ ਕਿਹਦੇ ਬਰਾਬਰ ਆਊਗਾ, ਉਹ ਹੋਊਗਾ ਇਜ਼ ਇਕੁਅਲ ਟੂ ਮੂਵਮੈਂਟ ਆਫ देयर ਰਿਜ਼ਲਟੈਂਟ, ਮਤਲਬ ਜੋ ਇਹਨਾਂ ਦੋਨਾਂ ਫੋਰਸਿਸ ਦਾ ਰਿਜ਼ਲਟੈਂਟ ਆ। ਹੁਣ ਦੋ ਫੋਰਸ ਦਾ ਰਿਜ਼ਲਟੈਂਟ ਕਿਵੇਂ ਕੱਢਾਂਗੇ ਆਪਾਂ, ਇਹ ਹੁਣ ਚੈਪਟਰ ਪਿਛਲਾ ਆ ਗਿਆ। ਜਿਹੜਾ ਸੈਕੰਡ ਚੈਪਟਰ ਕੀਤਾ ਸੀ ਆਪਾਂ ਰਿਜ਼ਲਟੈਂਟ ਆਫ ਟੂ ਫੋਰਸਿਸ ਸੀਗਾ, ਜਿਹੜਾ ਥਰਡ ਚੈਪਟਰ ਕੀਤਾ ਸੀਗਾ ਰਿਜ਼ਲਟੈਂਟ ਆਫ ਐਨੀ ਨੰਬਰ ਆਫ ਫੋਰਸਿਸ ਸੀਗਾ। ਹੁਣ ਉਹ ਕਨਸੈਪਟ ਇਹਦੇ ਵਿੱਚ ਆਉਣਗੇ ਜੀ। ਹੁਣ ਇਹਨਾਂ ਦਾ ਜੋ ਰਿਜ਼ਲਟੈਂਟ ਆ, ਰਿਜ਼ਲਟੈਂਟ ਕੁਛ ਵੀ ਰਿਜ਼ਲਟੈਂਟ ਦਾ ਮੀਨਿੰਗ ਆਪਾਂ ਕੀਤਾ ਸੀ ਜੋ ਇਹ ਦੋ ਫੋਰਸ ਦਾ ਕੰਮ ਕਰ ਰਹੀਆਂ ਨੇ। ਇੱਕ ਰਿਜ਼ਲਟੈਂਟ ਅਜਿਹੀ ਫੋਰਸ ਹੁੰਦੀ ਹੈਗੀ ਹੈ ਜਿਹੜੀ ਜੋ ਇਹਨਾਂ ਦੋਨਾਂ ਫੋਰਸਿਸ ਦਾ ਕੰਮ ਹੋ ਰਿਹਾ ਉਹਦੇ ਇਕੁਇਵਲੈਂਟ ਇਹ ਫੋਰਸ ਕੰਮ ਕਰੇਗੀ। ਇਹ ਆਪਾਂ ਰਿਜ਼ਲਟੈਂਟ ਬਾਰੇ ਪੜ੍ਹਿਆ ਸੀ ਪਹਿਲਾਂ। ਮੰਨ ਲਓ ਕਿ ਇਹ ਦੋ ਦਾ ਰਿਜ਼ਲਟੈਂਟ ਇਹੀ ਹੈ। ਇਹ ਵੀ ਗੱਲ ਬਹੁਤ ਧਿਆਨ ਨਾਲ ਸਮਝਣੀ ਹੈ, ਪਹਿਲਾਂ ਹੀ ਬਹੁਤ ਵਾਰੀ ਕੀਤੀ ਹੋਈ ਹੈ ਆਪਾਂ ਨੇ, ਜਿਹੜੇ ਪੜ੍ਹਦੇ ਹੋਣ ਪਤਾ ਹੋਊਗਾ। ਫੋਰਸਾਂ ਉਰੇ ਇੱਥੇ ਫੋਰਸਾਂ ਕਿੰਨੀਆਂ ਨੇ ਸਾਹਮਣੇ ਆਪਣੇ, ਤਿੰਨ ਫੋਰਸਾਂ ਨਹੀਂ ਹੈਗੀਆਂ। ਇਹ ਗੱਲਾਂ ਜਿਹੜੇ ਨਾਲ ਨਾਲ ਪੜ੍ਹ ਰਹੇ ਨੂੰ ਪਤਾ ਹੋਊਗਾ, ਜੇ ਲੈਕਚਰ ਪਿਛਲੇ ਲਾਏ ਹੈਗੇ ਨੇ, ਜਿਹਨੇ ਪਿਛਲੇ ਲੈਕਚਰ ਅਟੈਂਡ ਕੀਤੇ ਉਹਨਾਂ ਨੂੰ ਪਤਾ ਹੋਊਗਾ ਕਿ ਫੋਰਸਾਂ ਉਰੇ ਜਾਂ ਦੋ ਨੇ ਜਾਂ ਇੱਕ, ਤਿੰਨ ਫੋਰਸਾਂ ਨਹੀਂ ਹੈਗੀਆਂ। ਮਤਲਬ ਜੇ ਦੋ ਫੋਰਸਾਂ ਲੈ ਰਹੇ ਆ ਫਿਰ ਇਹਦੀ ਕੋਈ ਲੋੜ ਨਹੀਂ ਹੈਗੀ ਆਪਾਂ ਨੂੰ, ਜਾਂ ਤਾਂ ਆਹ ਦੋ ਫੋਰਸਾਂ ਲੈ ਲਵੋ ਜਾਂ ਇਹ ਸਿੰਗਲ ਫੋਰਸ ਲੈ ਲਵੋ, ਗੱਲ ਇੱਕੋ ਹੀ ਹੈ। ਰਿਜ਼ਲਟੈਂਟ ਦਾ ਮਤਲਬ ਕੀ ਹੁੰਦਾ ਕਿ ਜੋ ਇਹ ਦੋ ਫੋਰਸਾਂ ਕੰਮ ਕਰ ਰਹੀਆਂ ਸਿੰਗਲ ਫੋਰਸ ਕੰਮ ਕਰੇਗੀ, ਇਹ ਦੋਨਾਂ ਦਾ ਰਿਜ਼ਲਟ ਇਹ ਹੋਊਗਾ। ਤਾਂ ਗੱਲ ਬਣ ਗਈ, ਜੇ ਤਾਂ ਦੋ ਫੋਰਸਾਂ ਲੈ ਰਹੇ ਆਪਾਂ ਫਿਰ ਤਾਂ ਲੋੜ ਨਹੀਂ ਹੈਗੀ ਇਹਦੀ। ਅਦਰਵਾਈਜ਼ ਜਾਂ ਇਹ ਦੋ ਫੋਰਸਾਂ ਲਾ ਲਵੋ,
ਉਹ ਕੰਮ ਹੋਊਗਾ, ਜਾਂ ਇਹ ਸਿੰਗਲ ਫੋਰਸ ਲਾ ਲਵੋ, ਦੋਨੇ ਇੱਕੋ ਬਰਾਬਰ ਹੈ, ਇਕੁਇਵਲੈਂਟ ਆ, ਇਹਨੂੰ ਰਿਜ਼ਲਟੈਂਟ ਕਹਿੰਦੇ ਹੁੰਦੇ ਆਪਾਂ ਕਿ ਜਾਂ ਤਾਂ ਦੋ ਫੋਰਸਾਂ ਲਾਓ ਜਾਂ ਇਹ ਸਿੰਗਲ ਫੋਰਸ ਲਾਓ, ਗੱਲ ਇੱਕੋ ਹੀ ਹੈ ਦੋਨਾਂ ਦੀ। ਮੈਂ ਫੋਰਸਾਂ ਓਵਰਆਲ ਜਾਂ ਦੋ ਲਵਾਂਗੇ ਜਾਂ ਇੱਕ ਲਵਾਂਗੇ, ਇਹ ਗੱਲ ਧਿਆਨ ਰੱਖਿਓ, ਫੋਰਸਾਂ ਤਿੰਨ ਨਹੀਂ ਹੈਗੀਆਂ। ਇਹ ਪਹਿਲਾਂ ਵੀ ਆਪਾਂ ਪੜ੍ਹਿਆ ਹੈ, ਹੁਣ ਵੀ ਤੁਹਾਨੂੰ ਦੱਸਿਆ ਹੈਗਾ, ਉਹ ਦੇਖ ਲਿਓ। ਚਲੋ ਇਹ ਦੋਨਾਂ ਰਿਜ਼ਲਟੈਂਟ ਆ ਗਿਆ, ਮੈਂ ਦੋਨੇ ਫੋਰਸਾਂ ਛੱਡਤੀਆਂ, ਰਿਜ਼ਲਟੈਂਟ ਬਣ ਗਿਆ। ਹੁਣ ਇਹ ਰਿਜ਼ਲਟੈਂਟ ਦਾ ਮੂਵਮੈਂਟ ਕੱਢਣਾ ਅਬਾਊਟ ਇਹ ਪਹਿਲੇ ਪਾਰਟਸ ਕੀ ਕੀਤਾ ਸੀ ਆਪਾਂ ਨੇ, ਇਹਦਾ ਮੂਵਮੈਂਟ ਕੱਢਿਆ ਸੀ ਅਬਾਊਟ ਇਹ, ਕਿਉ ਦਾ ਮੂਵਮੈਂਟ ਲੱਭਿਆ ਸੀ ਅਬਾਊਟ ਇਹ, ਮੰਨ ਲਓ ਨਿਕਲ ਗਿਆ ਦੋਨੇ। ਮੂਵਮੈਂਟ ਕਿਵੇਂ ਕੱਢੇ ਸੀ ਆਪਾਂ, ਫੋਰਸ ਇਨਟੂ ਡਿਸਟੈਂਸ ਲਾ ਕੇ ਡਾਇਰੈਕਸ਼ਨ ਚੈੱਕ ਕਰੀ ਸੀ, ਐਂਟੀ ਕਲੌਕਵਾਈਜ਼ ਹੈਗਾ ਪੋਜ਼ਿਟਿਵ ਲਵਾਂਗੇ, ਕਲੌਕਵਾਈਜ਼ ਹੈਗਾ ਨੈਗੇਟਿਵ ਲਵਾਂਗੇ, ਉਹ ਆਪਾਂ ਅੱਗੇ ਕਰਾਂਗੇ, ਉਹ ਵੀ ਦੇਖਾਂਗੇ, ਪਹਿਲਾਂ ਕੀਤਾ ਹੋਇਆ। ਤਾਂ ਇਹ ਦੋ ਫੋਰਸਾਂ ਜਿਹੜੀਆਂ ਹੈਗੀਆਂ ਨੇ, ਇਹ ਦੋ ਫੋਰਸਾਂ ਦਾ ਮੂਵਮੈਂਟ ਕੱਢ ਲਿਆ, ਅਲਜੈਬਰਿਕ ਸਮ ਹੋ ਗਿਆ। ਇਹ ਕਿਹਦੇ ਬਰਾਬਰ ਹੋਊਗਾ, ਤਾਂ ਵੈਰੀਗਨਸ ਨੂੰ ਕਹਿੰਦੀ ਹੈਗੀ ਆ ਕਿ ਜੋ ਇਹਨਾਂ ਦੋਨਾਂ ਦਾ ਰਿਜ਼ਲਟੈਂਟ ਹੋਊਗਾ, ਇਹ ਕੱਲੀ ਇੱਕ ਫੋਰਸ ਮੂਵਮੈਂਟ ਕੱਢ ਲਓ ਅਬਾਊਟ ਇਹ, ਉਵੇਂ ਫੋਰਸ ਇਨਟੂ ਪਰਪੈਂਡੀਕੂਲਰ ਡਿਸਟੈਂਸ ਕਰਕੇ, ਜੋ ਇਹਨਾਂ ਦੋਨਾਂ ਦਾ ਅਲਜੈਬਰਿਕ ਸਮ ਹੋਊਗਾ ਉਹ ਰਿਜ਼ਲਟੈਂਟ ਦੇ ਮੂਵਮੈਂਟ ਦੇ ਬਰਾਬਰ ਹੋਊਗਾ ਅਬਾਊਟ ਦੈਟ ਪੁਆਇੰਟ। ਦੈਟ ਪੁਆਇੰਟ ਮਤਲਬ ਜਿਹੜੇ ਪੁਆਇੰਟ ਦੇ ਅਬਾਊਟ ਇਹਨਾਂ ਦੋਨਾਂ ਦਾ ਮੂਵਮੈਂਟ ਕੱਢਿਆ ਸੀ, ਦੋਨਾਂ ਮੂਵਮੈਂਟ ਕਿਹਦੇ ਅਬਾਊਟ ਕੱਢੇ ਆਪਾਂ, ਮੰਨ ਲਓ A ਦੇ ਅਬਾਊਟ ਕੱਢੇ, ਤਾਂ ਰਿਜ਼ਲਟੈਂਟ ਦਾ ਮੂਵਮੈਂਟ ਵੀ A ਦੇ ਅਬਾਊਟ ਹੀ ਕੱਢਣਾ। ਫਿਰ ਜੋ ਇਹਨਾਂ ਦੋਨਾਂ ਫੋਰਸਿਸ ਦਾ ਅਲਜੈਬਰਿਕ ਸਮ ਹੋਊਗਾ ਉਹ ਰਿਜ਼ਲਟੈਂਟ ਦੇ ਮੂਵਮੈਂਟ ਦੇ ਸਮ ਦੇ ਬਰਾਬਰ ਹੋਊਗਾ, ਇਕੁਅਲ ਟੂ ਮੂਵਮੈਂਟ ਆਫ देयर ਰਿਜ਼ਲਟੈਂਟ ਅਬਾਊਟ ਦੈਟ ਪੁਆਇੰਟ। ਪੁਆਇੰਟ ਉਹੀ ਰੱਖਣਾ ਹੈ, ਗੱਲ ਧਿਆਨ ਰੱਖਣੀ ਕਿ ਜਿੰਨਾ ਫੋਰਸ ਦੇ ਉੱਪਰ ਆਪਾਂ ਇਹਨਾਂ ਮੂਵਮੈਂਟ ਲੱਭ ਰਹੇ ਹੈਗੇ ਆ, ਉਹੀ ਫੋਰਸ ਉਹੀ ਪੁਆਇੰਟ ਉੱਪਰ ਜਿਹੜੇ ਪੁਆਇੰਟ ਉੱਪਰ ਇਹਨਾਂ ਦੋਨਾਂ ਮੂਵਮੈਂਟ ਫਾਈਂਡ ਕਰ ਰਹੇ ਹੈਗੇ ਆ, ਉਹੀ ਪੁਆਇੰਟ ਦੇ ਉੱਪਰ ਆਪਾਂ ਰਿਜ਼ਲਟੈਂਟ ਦਾ ਮੂਵਮੈਂਟ ਕੱਢਣਾ। ਇਹਨਾਂ ਦੋਨੇ ਫੋਰਸਿਸ ਦਾ ਮੂਵਮੈਂਟ ਜਿਹੜਾ ਹੋਊਗਾ ਅਲਜੈਬਰਿਕ ਸਮ ਉਹ ਰਿਜ਼ਲਟੈਂਟ ਦੇ ਮੂਵਮੈਂਟ ਦੇ ਬਰਾਬਰ ਹੋਊਗਾ ਸੇਮ ਪੁਆਇੰਟ ਤੇ। ਇਹ ਥਿਊਰਮ ਕਹਿੰਦੀ ਹੈ, ਇਹਦਾ ਪ੍ਰੂਫ ਆਪਾਂ ਨੈਕਸਟ ਲੈਕਚਰ ਵਿੱਚ ਕਰਾਂਗੇ, ਕਾਫੀ ਇੰਪੋਰਟੈਂਟ ਪ੍ਰੂਫ ਹੈਗਾ ਜੀ, ਮਤਲਬ ਨੈਕਸਟ ਲੈਕਚਰ ਵਿੱਚ ਇਕੱਲਾ ਪ੍ਰੂਫ ਹੀ ਹੋਊਗਾ ਇਹਦਾ, ਉਹ ਸਮਝਣ ਵਾਲਾ ਪ੍ਰੂਫ ਆ। ਅੱਜ ਇਹਦੇ ਉੱਪਰ ਬੇਸਡ ਆਪਾਂ ਨਿਊਮੈਰੀਕਲ ਕਰਨੇ ਨੇ। ਨਿਊਮੈਰੀਕਲ ਪਹਿਲਾਂ ਤਾਂ ਕਰਵਾ ਰਿਹਾ ਕਿ ਤੁਹਾਨੂੰ ਪ੍ਰੂਫ ਸੌਖਾ ਸਮਝ ਆ ਜਾਊਗਾ ਕਿ ਨਿਊਮੈਰੀਕਲ ਕਰਨੇ ਕਿਵੇਂ ਨੇ ਆਪਾਂ ਨੂੰ। ਨਿਊਮੈਰੀਕਲ ਦੇ ਵਿੱਚੋਂ ਆਪਾਂ ਥੋੜਾ ਕਨਸੈਪਟ ਸਮਝ ਆ ਜਾਊਗਾ ਇਹਦੇ ਵਿੱਚ ਕਿ ਥਿਊਰਮ ਕਹਿੰਦੇ ਕੀ ਹੈ, ਫਿਰ ਪ੍ਰੂਫ ਕਰਨਾ ਆਪਾਂ ਨੂੰ ਸੌਖਾ ਰਹੇਗਾ। ਇਸ ਕਰਕੇ ਆਪਾਂ ਇਹਦੇ ਉੱਪਰ ਬੇਸ ਆਪਾਂ ਨਿਊਮੈਰੀਕਲ ਕਰਨੇ ਨੇ। ਨਿਊਮੈਰੀਕਲ ਕਰਨ ਤੋਂ ਪਹਿਲਾਂ ਇਹਨੂੰ ਆਪਾਂ ਰੱਬ ਕਰ ਲਈਏ। तो मैं स्टेटमेंट पढ़ रहा जी, तुसीं भी स्टेटमेंट देख लो। A force acts at a point 2, 3 of the XY plane. The force is directed away from the origin and inclined at 60 degree to the x-axis. The horizontal component of F is 5 kg weight. First part, determine the force F. Second part, using Varignon theorem, calculate the moment of F about the origin. Third part, hence find the perpendicular distance of the origin from the line of action of force F. ਇਹ ਥਿਊਰਮ ਇਹ ਕੁਐਸਚਨ ਕਾਫੀ ਇੰਪੋਰਟੈਂਟ ਹੈ, ਪੇਪਰ 'ਚ ਵੀ ਬਹੁਤ ਵਾਰੀ ਆਇਆ ਹੈ ਜੀ। ਐਂ ਕਹ ਲਓ ਕਿ ਇਸ ਤਰ੍ਹਾਂ ਕਹਿ ਸਕਦੇ ਆਪਾਂ ਕਿ ਪੂਰੇ ਚੈਪਟਰ ਦੇ ਵਿੱਚੋਂ ਸਭ ਤੋਂ ਇੰਪੋਰਟੈਂਟ ਕੁਐਸਚਨ ਆਹੀ ਵਾਲਾ ਜੀ। ਚਲੋ ਇਹ ਕਰਦੇ ਹਾਂ ਆਪਾਂ ਪ੍ਰੂਫ। ਸਟੇਟਮੈਂਟ ਸਮਝਣੀ ਆ ਧਿਆਨ ਨਾਲ, ਦੇਖੋ ਜੀ। ਉਹੀ ਗੱਲ ਹੈ, ਡਾਇਗਰਾਮ ਧਿਆਨ ਨਾਲ ਸਹੀ ਬਣ ਗਈ ਤਾਂ ਕਾਫੀ ਕੰਮ ਆਪਣਾ ਹੋ ਜਾਏਗਾ। ਆ ਫੋਰਸ F X at a point 2,3 2,3 ਤੇ ਬਣਾਉਣੇ ਆਪਾਂ ਜੀ। ਮੰਨ ਲਓ ਆਹ 1 2 ਪ੍ਰੋਪਰ ਬਣਾਉਣ ਦੀ ਕੋਸ਼ਿਸ਼ ਕਰੀਏ, ਫਿਰ ਥੋੜਾ ਸਹੀ ਬਣ ਜਾਏਗਾ। ਇਹ 2,3 ਹੈ। ਇਸ ਤੋਂ ਬਾਅਦ inclined at force is directed away from origin and inclined at angle 60 degree। so बना रहे हैं आप 60 डिग्री एंगल कितना बनाना हैगा, जिवें आ फोर्स आ
ਹੁਣ ਐਂਗਲ ਲੈਣਾ ਦਿੱਤਾ ਹੈ ਟੂ ਦ ਐਕਸ ਐਕਸਿਸ। ਹੁਣ ਐਕਸ ਐਕਸਿਸ ਇੱਥੇ ਹੈਗੀ ਆ, ਇਹ ਐਕਸ ਐਕਸਿਸ ਐਂਗਲ ਕਿਵੇਂ ਬਣਾਵਾਂਗੇ ਆਪਾਂ? ਹੁਣ ਪਹਿਲਾਂ ਵੀ ਕੀਤਾ ਹੈ ਕਿ ਇਹ ਫ੍ਰੀ ਵੈਕਟਰ ਹੁੰਦੇ ਨੇ, ਚੱਕ ਕੇ ਇੱਥੇ ਲੈ ਜਾਓ, ਚਾਹੇ ਇਦਾਂ ਸਮਝਾ ਦਿਓ ਕਿ ਇਦਾਂ ਇਹ ਐਕਸ ਐਕਸਿਸ ਦੀ ਪੈਰਲਲ ਲਾਈਨ ਬਣ ਗਈ ਕਿ ਇਹ ਐਂਗਲ ਬਣ ਰਿਹਾ 60 ਨਾਲ ਐਕਸ ਐਕਸਿਸ ਨਾਲ। ਕਿਉਂ? ਇਹ ਫੋਰਸ ਚੱਕ ਕੇ ਇੱਥੇ ਲਿਆਓਗੇ, ਕਿਤੇ ਵੀ ਲਿਆਓ ਚੱਕ ਕੇ ਫੋਰਸ, ਇੱਥੇ ਲਿਆਂਦੀ ਮੰਨ ਲਓ ਫੋਰਸ ਆਪਾਂ, ਐਕਸ ਐਕਸਿਸ ਐਂਗਲ 60 ਬਣ ਰਿਹਾ। ਜੇ ਐਂਗਲ 60 ਹੋਊਗਾ, ਥੋੜੀ ਡਾਇਗਰਾਮ ਕੰਪਲੀਕੇਟਡ ਜੀ ਬਣ ਜਾਏਗੀ, ਤਾਂ ਫੋਰਸ ਚੱਕ ਕੇ ਆਪਾਂ ਇੱਥੇ ਨਹੀਂ ਲਿਆਂਦੀ ਹੈਗੀ। ਇਹ ਪਤਾ ਹੋਊਗਾ ਜੇ ਲਾਈਨ ਆਹ ਲਾਈਨ ਇਹਦੇ ਪੈਰਲਲ ਆ, ਆਹ ਲਾਈਨ ਇਹਦੇ ਪੈਰਲਲ ਆ, ਪੈਰਲਲ ਲਾਈਨ ਦੇ ਵਿੱਚ ਐਂਗਲ ਸੇਮ ਹੁੰਦਾ, ਪਹਿਲਾਂ ਕੀਤਾ ਹੋਇਆ ਆਪਾਂ ਨੇ, ਤੇ ਇਹ ਐਂਗਲ ਵੀ 60 ਹੋਊਗਾ। ਜਾਂ ਇਦਾਂ ਕਹਿ ਲਵੋ, ਚਾਹੇ ਇਦਾਂ ਕਹਿ ਲਵੋ ਕਿ ਆਪਾਂ ਐਕਸ ਐਕਸਿਸ ਚੱਕ ਕੇ ਇੱਥੇ ਲੈ ਗਏ ਕਿ ਫੋਰਸ ਦਾ ਐਕਸ ਐਕਸਿਸ ਐਂਗਲ ਕਿੰਨਾ ਬਣਦਾ? 60 ਡਿਗਰੀ ਐਂਗਲ ਬਣਦਾ। ਇਹ ਦਿੱਤਾ ਹੋਇਆ। ਇਹ ਫੋਰਸ ਜਿਹੜੀ ਹੈਗੀ ਉਹ ਐਫ ਆ। ਹੁਣ ਡਾਇਰੈਕਸ਼ਨ ਕਿੱਦਾਂ ਪਾਈ ਹੈ? ਆ ਓਰੀਜਨ ਆ, ਫੋਰਸ ਦੀ ਡਾਇਰੈਕਸ਼ਨ ਓਰੀਜਨ ਤੋਂ ਦੂਜੇ ਪਾਸੇ ਲੈਣੀ ਹੈ। ਵਰਡ ਪਾਇਆ ਉਹਨਾਂ ਨੇ ਡਾਇਰੈਕਟਿਡ ਅਵੇ। ਡਾਇਰੈਕਟਿਡ ਅਵੇ ਦਾ ਮਤਲਬ ਕੀ ਬਣ ਗਿਆ ਆਪਣੇ ਕੋਲ ਕਿ ਫੋਰਸ ਜਿਹੜੀ ਹੈਗੀ ਆ ਉਹਦੀ ਡਾਇਰੈਕਸ਼ਨ ਓਰੀਜਨ ਤੋਂ ਦੂਜੇ ਪਾਸੇ ਹੋਵੇ। ਦੇਖੋ ਧਿਆਨ ਨਾਲ, ਇਹ ਡਾਇਰੈਕਸ਼ਨ ਕਿੱਧਰਲੇ ਪਾਸੇ ਹੈ? ਇਹ ਹੈਗੀ ਆ ਡਾਇਰੈਕਸ਼ਨ, ਡਾਇਰੈਕਟਿਡ ਹੁੰਦਾ ਡਾਇਰੈਕਸ਼ਨ, ਡਾਇਰੈਕਟਿਡ ਟੂਵਰਡਸ ਓਰੀਜਨ। ਇਹ ਓਰੀਜਨ ਵਾਲੇ ਪਾਸੇ ਆ ਰਿਹਾ ਫੋਰਸ, ਇਹ ਟੂਵਰਡਸ ਓਰੀਜਨ ਆ, ਓਰੀਜਨਲ ਦੇ ਵੱਲ ਜਾ ਰਿਹਾ, ਪਰ ਓਰੀਜਨ ਤੋਂ ਆਪੋਜ਼ਿਟ ਲੈਣਾ ਆਪਾਂ ਨੇ, ਇਸ ਕਰਕੇ ਉਹਨਾਂ ਕਿਹਾ ਡਾਇਰੈਕਟਿਡ ਅਵੇ ਕਿ ਓਰੀਜਨ ਤੋਂ ਦੂਰ ਜਾਵੇ। ਜੇ ਦੂਰ ਜਾਵੇ ਤਾਂ ਫੋਰਸ ਆਪਾਂ ਇਦਾਂ ਲਗਾਉਣੀ ਹੈ, ਫਿਰ ਇਹ ਪੁਆਇੰਟ ਦੂਰ 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 ਜਾਈ ਜਾਊਗਾ। ਇਹ ਡਾਇਰੈਕਸ਼ਨ ਜਿਹੜੀ ਹੈਗੀ ਆ ਅਵੇ ਹੋ ਜਾਏਗੀ, ਓਰੀਜਨ ਤੋਂ ਦੂਰ ਦੂਰ ਜਾਊਗਾ। ਇਹ ਗੱਲਾਂ ਧਿਆਨ ਨਾਲ, ਉਹੀ ਮਤਲਬ ਕਿ ਜਿੰਨੀ ਪ੍ਰੈਕਟਿਸ ਕਰੋ ਤੁਹਾਨੂੰ ਉਨੇ ਕਨਸੈਪਟ ਕਲੀਅਰ ਹੋਣਗੇ, ਜ਼ਿਆਦਾ ਉਨੇ ਕਨਸੈਪਟ ਨਵੇਂ ਸਮਝ ਆਉਣਗੇ। ਇਹ ਦਿੱਤਾ ਹੋਇਆ ਆਪਾਂ ਨੂੰ। ਹੁਣ ਜਿਹੜੀ ਫੋਰਸ ਹੈਗੀ ਇਹਦਾ ਹੌਰੀਜ਼ੌਂਟਲ ਕੰਪੋਨੈਂਟ, ਇਹ ਹੌਰੀਜ਼ੌਂਟਲ ਐਕਸ ਐਕਸਿਸ ਦੇ ਪੈਰਲਲ, ਇਹ ਕੰਪੋਨੈਂਟ ਦਿੱਤਾ ਹੋਇਆ ਆਪਾਂ ਨੂੰ ਹੌਰੀਜ਼ੌਂਟਲ ਕੰਪੋਨੈਂਟ। ਇਹ ਕਿੰਨਾ ਦਿੱਤਾ ਹੋਇਆ ਆਪਾਂ ਨੂੰ? 5। ਤੇ ਪਹਿਲਾ ਪਾਰਟ ਕੀ ਫਾਈਂਡ ਕਰਨਾ ਆਪਾਂ ਨੇ ਕਿ ਡਿਟਰਮਾਈਨ ਦਾ ਫੋਰਸ ਐਫ ਲੱਭਣੀ। ਹੁਣ ਇਹੀ ਪ੍ਰੋਬਲਮ ਆਊਗੀ ਕਿ ਜਿਹੜੇ ਤਾਂ ਬੱਚੇ ਨਾਲ ਨਾਲ ਪੜ੍ਹ ਰਹੇ ਹੈਗੇ ਨੇ ਉਹਨਾਂ ਨੂੰ ਇੰਟਰਸਟ ਵੀ ਬਣੇਗਾ ਤੇ ਟੌਪਿਕ ਸਮਝ ਵੀ ਆਏਗਾ, ਕਿਉਂਕਿ ਪਿਛਲੇ ਕਨਸੈਪਟ ਉਹਨਾਂ ਕਲੀਅਰ ਹੈਗੇ ਨੇ। ਜਿਨ੍ਹਾਂ ਦੇ ਪਿਛਲੇ ਕਨਸੈਪਟ ਕਲੀਅਰ ਨਹੀਂ ਹੁਣ ਕੰਮ ਅੱਗੇ ਔਖਾ ਹੋਣਾ ਸ਼ੁਰੂ ਹੋ ਜਾਊਗਾ ਹੋਰ, ਕਿਉਂਕਿ ਪਿਛਲੀਆਂ ਗੱਲਾਂ ਸਾਰੀਆਂ ਯੂਜ਼ ਹੋਣਗੀਆਂ ਤੇ ਪਿਛਲੀਆਂ ਗੱਲਾਂ ਇਦਾਂ ਮੰਨ ਕੇ ਚੱਲੂਗਾ ਮੈਂ ਕਿ ਤੁਸੀਂ ਕੀਤੀਆਂ ਹੋਈਆਂ। ਜਿਹੜੇ ਤਾਂ ਕਨਸੈਪਟ ਛੋਟੀ ਕਲਾਸ ਵਾਲਿਆਂ ਨੇ ਆਪਾਂ ਕਲਾਸ ਨਹੀਂ ਕੀਤੇ ਹੈਗੇ ਉਹ ਤਾਂ ਆਪਾਂ ਸਾਰੇ ਦੁਬਾਰਾ ਕਰਾਂਗੇ, ਦੁਬਾਰਾ ਕਰਵਾਉਂਗਾ। ਜਿਹੜੇ ਕਨਸੈਪਟ ਮਤਲਬ ਆਪਾਂ ਕਲਾਸ 'ਚ ਇਹ ਲੈਕਚਰਾਂ ਵਿੱਚ ਕਰ ਚੁੱਕੇ ਹੈਗੇ ਆ ਉਹ ਦੁਬਾਰਾ ਨਹੀਂ ਰਿਪੀਟ ਕਰਾਂਗੇ, ਬਿਕੋਜ਼ ਆਪਾਂ ਸਿਲੇਬਸ ਵੀ ਕੰਪਲੀਟ ਕਰਨਾ ਸਾਰਾ, ਉਹ ਧਿਆਨ 'ਚ ਰੱਖ ਕੇ ਫਿਰ ਆਪਾਂ ਉਹ ਦੇਖਣਾ। ਹੁਣ ਹੌਰੀਜ਼ੌਂਟਲ ਕੰਪੋਨੈਂਟ ਕੀ ਹੁੰਦਾ? ਜਿੰਨਾ ਐਂਗਲ ਬਣਦਾ ਹੋਵੇ ਜੀ ਉਹ ਕੌਸ ਵਾਲਾ ਪਾਰਟ ਹੁੰਦਾ ਹੈਗਾ। ਤਾਂ ਪਹਿਲਾ ਪਾਰਟ ਕਰ ਰਹੇ ਹਾਂ ਆਪਾਂ, ਇਹ ਐਫ ਕੌਸ ਥੀਟਾ, ਇਹ ਹੌਰੀਜ਼ੌਂਟਲ ਕੰਪੋਨੈਂਟ ਹੋ ਗਿਆ। ਇਹ ਕਿੰਨਾ ਗਿਵਨ ਆਪਾਂ ਨੂੰ? 5 cos 60 ਕਿੰਨਾ ਹੁੰਦਾ ਹੈਗਾ? ਹਾਫ, ਤਾਂ ਐਫ ਕਿੰਨਾ ਆ ਗਿਆ ਆਪਣੇ ਕੋਲ? 10। ਐਫ 10 ਆ ਗਿਆ, ਜੋ 10 ਕਿਲੋਗ੍ਰਾਮ weight ਪਾ ਸਕਦੇ। ਐਫ ਫਸਟ ਪਾਰਟ ਹੋ ਗਿਆ, ਜੋ ਇਹ ਤਾਂ ਪੁਰਾਣਾ ਸੀ, ਕੋਈ ਨਵੀਂ ਗੱਲ ਨਹੀਂ ਸੀ। ਤਾਂ ਸੈਕੰਡ ਪਾਰਟ ਜਿਹਦੇ ਉੱਪਰ ਜ਼ਿਆਦਾ ਜ਼ੋਰ ਪਾਉਣਾ ਹੈਗਾ ਇਹ ਹੈ ਕੀ ਆ? ਯੂਜ਼ਿੰਗ ਵੈਰੀਗਨਨ ਥਿਊਰਮ ਕੈਲਕੂਲੇਟ ਦਾ ਮੂਵਮੈਂਟ ਆਫ ਐਫ ਅਬਾਊਟ ਓਰੀਜਨ। ਹੁਣ ਵੈਰੀਗਨਨ ਥਿਊਰਮ ਕੀ ਕਹਿੰਦੀ ਹੈ ਕਿ ਜੇ ਐਫ ਦਾ ਮੂਵਮੈਂਟ ਕੱਢਣਾ, ਇਹਦੇ ਰਿਜ਼ੋਲਵਡ ਪਾਰਟ ਲੈ ਲਵੋ, ਇੱਕ ਤਾਂ ਹੌਰੀਜ਼ੌਂਟਲ ਅਲੋਂਗ ਲੈ ਲਿਆ, ਇੱਕ ਵਰਟੀਕਲ ਅਲੋਂਗ ਲੈ ਲਿਆ। ਸੈਕੰਡ ਪਾਰਟ ਸ਼ੁਰੂ ਕਰ ਰਹੇ ਹਾਂ ਆਪਾਂ। resolved parts of FR। resolved part ਕਿਹੜੇ ਹੋਣਗੇ? ਇਹ ਤਾਂ cos ਵਾਲਾ ਹੋਊਗਾ, ਇੱਕ ਹੋਊਗਾ ਦਿੱਤਾ ਹੈ ਤਾਂ 5, ਦੂਜਾ ਕਿਹੜਾ ਹੋਊਗਾ ਜੀ? ਆਹ ਵਾਲਾ ਸਾਈਨ ਵਾਲਾ ਹੁੰਦਾ ਹੈਗਾ F sin 60, sin 60 ਇਹ ਬਣ ਗਿਆ 10 √3/2, ਇਹ ਬਣ ਗਿਆ 5/3। that is ਰਿਜ਼ੋਲਵਡ ਪਾਰਟ ਕੀ ਆ ਗਿਆ? ਇੱਕ 5 ਆ ਗਿਆ, ਦੂਜਾ ਕਿੰਨਾ ਆ ਗਿਆ? 5√3, ਆ 2 ਆ ਗਏ। ਇਹ ਹੌਰੀਜ਼ੌਂਟਲ ਆ ਜੀ, ਇਹ ਵਰਟੀਕਲ, ਇਹ ਹੌਰੀਜ਼ੌਂਟਲ ਆ ਵਰਟੀਕਲ। ਮਤਲਬ ਮੈਂ ਬਣਾ ਰਿਹਾ ਡਾਇਗਰਾਮ ਦੇ ਵਿੱਚ, ਇਹਨੂੰ ਆਪਾਂ F1 ਕਹਿ ਦਿੰਦੇ ਹਾਂ। F1 ਜਾਂ F1 ਪਾ ਲਓ, ਇਹ 5 ਆ ਜੀ, ਤੇ F2 ਲੈ ਲਿਆ ਆਪਾਂ ਨੇ 5√3।
ਇਹ ਸਮਝਾਉਣ ਵਾਸਤੇ ਹੁਣ ਜਿਹਨੇ ਪਹਿਲਾਂ ਪੜ੍ਹਿਆ ਹੋਵੇ ਪਤਾ ਹੋਊਗਾ F ਦੇ ਦੋ ਰਿਜ਼ਲਟ ਪਾਰਟ ਬਣਾ ਲਏ। ਰਿਜ਼ਲਟ ਪਾਰਟ ਦਾ ਮਤਲਬ ਕੀ ਹੋ ਗਿਆ ਕਿ ਇਹਨਾਂ ਦੋਨਾਂ ਦਾ F1 ਤੇ F2 ਦਾ ਰਿਜ਼ਲਟੈਂਟ F ਹੋ। ਰਿਜ਼ਲਟ ਪਾਰਟ ਦਾ ਦੋ ਕੰਪੋਨੈਂਟਸ ਤੋੜੇ ਆਪਾਂ ਨੇ ਤੇ ਦੋਨੇ ਆਪਸ ਵਿੱਚ ਪਰਪੈਂਡੀਕੂਲਰ ਨੇ। ਰਿਜ਼ਲਟ ਪਾਰਟ ਵਾਸਤੇ ਆਪਾਂ ਪਰਪੈਂਡੀਕੂਲਰ ਦੀ ਗੱਲ ਵੀ ਵਿੱਚ ਲਈ ਸੀ। ਜੇ ਪਰਪੈਂਡੀਕੂਲਰ ਨਾ ਹੋਵੇ ਤਾਂ ਉਹਨੂੰ ਕਿਹਾ ਸੀ ਆਪਾਂ ਨੇ ਕੰਪੋਨੈਂਟਸ ਆਫ F ਪਹਿਲਾਂ ਪੜ੍ਹਿਆ ਸੀਗਾ। ਤਾਂ ਇਹਦੇ ਵਿੱਚ ਕੀ ਹੋ ਗਿਆ ਆਪਣੇ ਕੋਲ ਕਿ F ਦੇ ਦੋ ਹਿੱਸੇ ਕਰ ਲਏ ਆਪਾਂ ਨੇ। ਇਹਦਾ ਮਤਲਬ ਕੀ ਬਣ ਗਿਆ ਕਿ F1 ਅਤੇ F2 ਦਾ ਰਿਜ਼ਲਟੈਂਟ F ਲੱਭਣਾ ਕੀ ਆਪਾਂ ਨੇ? ਆਪਾਂ ਲੱਭਣਾ ਹੈਗਾ ਮੂਵਮੈਂਟ ਆਫ F ਅਬਾਊਟ ਓਰੀਜਨ। ਓਰੀਜਨ ਨੂੰ ਕੀ ਕਿਹਾ ਹੈ ਆਪਾਂ ਨੇ? ਉਹ ਇਹ ਲੱਭਣਾ। ਵੈਰਿਗਨਨ ਥਿਊਰਮ ਇਹ ਸਿੱਧਾ ਨਹੀਂ ਲੱਭਣਾ ਆਪਾਂ ਨੇ ਜੀ। ਸਿੱਧਾ ਅਸੀਂ ਲੱਭ ਲਾਂਗੇ ਆਪਾਂ ਫੋਰਸ। ਜੇ ਸਿੱਧਾ ਕਿਸੇ ਨੂੰ ਪਤਾ ਹੋਵੇ ਅੱਗੇ ਪਾਰਟ ਵੀ ਕਰਾਂਗੇ ਆਪਾਂ। ਫੋਰਸ ਆ ਜੀ ਇਹ ਪਿੱਛੇ ਪ੍ਰੋਡਿਊਸ ਕਰ ਲਈ, ਓਰੀਜਨ ਤੋਂ ਪਰਪੈਂਡੀਕੂਲਰ ਡਰਾ ਕੀਤਾ ਇਹਦੇ ਉੱਪਰ। ਆ ਡਿਸਟੈਂਸ ਲਵਾਂਗੇ, ਫੋਰਸ ਇਨਟੂ ਡਿਸਟੈਂਸ ਲੈ ਕੇ ਆਪਣਾ ਆਨਸਰ ਆਊਗਾ ਜੇ ਧਿਆਨ ਦੇ ਵਿੱਚ ਹੋਵੇ। ਇਹ ਅੱਗੇ ਥਰਡ ਪਾਰਟਸ ਕਰਾਂਗੇ ਆਪਾਂ। ਪਰ ਇਦਾਂ ਨਹੀਂ ਕਰਨ ਵਾਸਤੇ ਕਿਹਾ ਉਹਨਾਂ ਨੇ ਮੂਵਮੈਂਟ ਆਫ F ਅਬਾਊਟ ਓਰੀਜਨ। ਇਦਾਂ ਨਹੀਂ ਕੱਢਣਾ। ਉਹਨੇ ਕੀ ਕਿਹਾ ਨਾਲ ਸਪੈਸ਼ਲ ਮੈਂਸ਼ਨ ਕੀਤਾ ਕਿ ਯੂਜ਼ਿੰਗ ਵੈਰਿਗਨਨ ਥਿਊਰਮ। ਵੈਰਿਗਨਨ ਥਿਊਰਮ ਯੂਜ਼ ਕਰਨੀ ਹੈ। ਉਹ ਦੇਖੋ ਆਪਾਂ ਯੂਜ਼ ਵੀ ਕਰਨੇ ਨੇ, ਸਮਝਣੀ ਵੀ ਹੈ ਕਿਵੇਂ। ਵੈਰਿਗਨਨ ਥਿਊਰਮ ਕਹਿੰਦੀ ਹੈਗੀ ਆ ਕਿ ਜੋ ਰਿਜ਼ਲਟੈਂਟ F ਜੀ, F ਰਿਜ਼ਲਟੈਂਟ ਕਿਹਦਾ ਜੀ? F1 ਤੇ F2 ਦਾ। ਜੋ ਰਿਜ਼ਲਟੈਂਟ ਦਾ ਮੂਵਮੈਂਟ ਹੋਊਗਾ ਅਬਾਊਟ ਉਹ ਕੀ ਹੋਊਗਾ ਜੀ? ਉਹ ਅਲਜੈਬਰਾਇਕ ਸਮ ਆਫ movements of F1 and F2 about O। मतलब जे रिजल्टेंट ਦਾ ਮੂਵਮੈਂਟ ਕੱਢਣਾ ਅਬਾਊਟ O, ਇਹ ਕਿਵੇਂ ਕੱਢੋ? ਦੋਨੇ ਫੋਰਸਿਸ ਜਿਹੜੇ ਕੰਪੋਨੈਂਟਸ ਨੇ, ਦੋਨੇ ਫੋਰਸਿਸ ਦਾ ਮੂਵਮੈਂਟ ਅਬਾਊਟ O ਕੱਢ ਲਵੋ ਅਤੇ ਉਹਨਾਂ ਦਾ ਅਲਜੈਬਰਾਇਕ ਸਮ ਕਰ ਦਿਓ। ਉਹ ਰਿਜ਼ਲਟੈਂਟ ਦੇ ਮੂਵਮੈਂਟ ਦੇ ਬਰਾਬਰ ਆ ਜਾਊਗਾ। ਇਹ ਵੈਰਿਗਨਨ ਥਿਊਰਮ ਕਹਿੰਦੀ ਹੈ ਬਾਏ ਵੈਰਿਗਨਨ ਥਿਊਰਮ। ਇਹੀ ਗੱਲ ਆਪਾਂ ਨੇ ਜਾ ਸਮਝਣੀ ਹੈ ਜੀ। ਵੈਰਿਗਨਨ ਥਿਊਰਮ ਕਹਿੰਦੀ ਹੈਗੀ ਆ ਕਿ ਰਿਜ਼ਲਟੈਂਟ ਦਾ ਮੂਵਮੈਂਟ ਕੱਢਣਾ ਅਬਾਊਟ ਉਹ ਇਹ ਕਿਹਦੇ ਬਰਾਬਰ ਹੋਊਗਾ? ਜਿਹੜੀਆਂ ਫੋਰਸਾਂ ਨੇ ਉਹਨਾਂ ਦੇ ਮੂਵਮੈਂਟ ਕੱਢ ਲਓ ਅਬਾਊਟ ਉਹਦਾ ਅਲਜੈਬਰਾਇਕ ਸਮ ਕਰ ਦਿਓ। ਤੇ ਇਹ ਫੋਰਸਿਸ ਦਾ ਆਪਾਂ ਫਿਰ ਅਲਜੈਬਰਾਇਕ ਸਮ ਕਰਤਾ ਦੋਨਾਂ ਦਾ, ਉਹ ਆਪਣੇ ਕੋਲ ਇਹਦੇ ਮੂਵਮੈਂਟ ਦੇ ਬਰਾਬਰ ਆ ਜਾਏਗਾ। ਮਤਲਬ F ਦਾ ਮੂਵਮੈਂਟ ਇਦਾਂ ਕੱਢਣ ਵਾਸਤੇ ਗਿਆ ਸਟੇਟਮੈਂਟ 'ਚ, ਸਿੱਧਾ ਨਹੀਂ ਕੱਢਣਾ ਮੂਵਮੈਂਟ ਆਫ F। ਵੈਰਿਗਨਨ ਲਾ ਕੇ ਇਹਦਾ ਮੂਵਮੈਂਟ ਇਹਦੇ ਬਰਾਬਰ ਹੋਊਗਾ, ਇਹਨੂੰ ਸੋਲਵ ਕਰਾਂਗੇ ਫਿਰ ਇਹਦਾ ਮੂਵਮੈਂਟ ਆਊਗਾ। ਮਤਲਬ ਆਪਾਂ ਨੇ ਵੈਰਿਗਨਨ ਥਿਊਰਮ ਅਪਲਾਈ ਕਰਨੀ ਹੈ, ਉਹ ਇਦਾਂ ਅਪਲਾਈ ਹੋਊਗੀ। ਹੁਣ ਕੰਮ ਕੀ ਰਹਿ ਗਿਆ? ਬਸ ਕੱਲਾ F1 ਦਾ ਮੂਵਮੈਂਟ ਕੱਢਣਾ ਅਬਾਊਟ ਉਹ, F2 ਦਾ ਮੂਵਮੈਂਟ ਕੱਢਣਾ ਅਬਾਊਟ ਉਹ, ਦੋਨਾਂ ਨੂੰ ਆਪਾਂ ਐਡ ਕਰ ਲਵਾਂਗੇ। ਜੋ ਆ ਗਿਆ ਆਨਸਰ ਉਹ ਕਰਨ ਲੱਗੇ ਆ ਆਪਾਂ। ਦੇਖੋ ਇਹਦੇ ਵਿੱਚ ਇਕੱਠੀ ਕਰ ਦਿੰਦੇ ਆਪਾਂ। ਇਕੱਠਾ ਕਿਵੇਂ? ਪਹਿਲਾਂ F1 ਦਾ ਮੂਵਮੈਂਟ ਅਬਾਊਟ ਉਹ ਕੱਢਣਾ, ਤਾਂ F1 ਫੋਰਸ ਤਾਂ ਉਹ ਪੁਆਇੰਟ ਇਹ ਹੈ। ਤਾਂ ਕਰਨਾ ਕੀ ਆਪਾਂ ਨੇ ਮੂਵਮੈਂਟ ਵਾਸਤੇ ਪਿਛਲਾ ਲੈਕਚਰ ਧਿਆਨ ਨਾਲ ਪੜ੍ਹਿਆ ਹੋਵੇ, ਉਹ ਤੋਂ ਆਪਾਂ ਨੇ ਇਹ ਫੋਰਸ ਦੇ ਉੱਪਰ ਪਰਪੈਂਡੀਕੂਲਰ ਡਰਾ ਕਰਨਾ। ਜੇ ਫੋਰਸ ਦੇ ਉੱਪਰ ਸਿੱਧਾ ਪਰਪੈਂਡੀਕੂਲਰ ਡਰਾ ਹੋ ਰਿਹਾ ਚੰਗੀ ਗੱਲ, ਨਹੀਂ ਹੋ ਰਿਹਾ ਤਾਂ ਫੋਰਸ ਨੂੰ ਪ੍ਰੋਡਿਊਸ ਕਰ ਲਓ। ਇੱਦਾਂ ਫੋਰਸ ਪ੍ਰੋਡਿਊਸ ਕਰ ਲਈ ਜੀ, ਆਹ ਪਰਪੈਂਡੀਕੂਲਰ ਡਰਾ ਹੋ ਜਾਏਗਾ। ਹੁਣ ਇਹ ਕੰਮ ਥੋੜਾ ਸੌਖਾ ਹੋ ਜਾਏਗਾ। ਸੌਖਾ ਕਿਵੇਂ? ਫੋਰਸ ਕਿੰਨੀ ਆ? 5। ਸਿੱਧਾ ਸ਼ਾਰਟਕਟ ਮਾਰ ਰਹੇ ਆਪਾਂ, ਸਿੱਧਾ ਲਿਖਣਾ ਆਪਾਂ ਇੱਦਾਂ ਲਿਖਣਾ। ਫੋਰਸ ਕਿੰਨੀ ਆ? 5 ਇਨਟੂ ਡਿਸਟੈਂਸ। ਹੁਣ ਡਿਸਟੈਂਸ ਕੰਮ ਸੌਖਾ ਹੈ ਕਿ ਗਿਵਨ ਆ ਡਿਸਟੈਂਸ। ਡਿਸਟੈਂਸ ਗਿਵਨ ਕਿਉਂ ਆਪਾਂ ਨੂੰ? ਆਹ ਡਿਸਟੈਂਸ 3 ਆ, ਦੇਖੋ ਗੌਰ ਨਾਲ। ਆਹ ਆਪਾਂ 2 ਲਿਆ ਸੀਗਾ, ਆਹ 3 ਲਿਆ ਸੀ, ਤਾਂ ਇਹ 2 3 ਪੁਆਇੰਟ ਬਣਿਆ ਸੀ, ਤਾਂ ਡਿਸਟੈਂਸ 3 ਹੋ ਗਿਆ। ਫੋਰਸ ਇਨਟੂ ਡਿਸਟੈਂਸ ਕੀਤਾ, ਇਹ ਮੂਵਮੈਂਟ ਆ ਗਿਆ। ਹੁਣ ਡਾਇਰੈਕਸ਼ਨ ਚੈੱਕ ਕਰਨੀ। ਡਾਇਰੈਕਸ਼ਨ ਵੀ ਪਿਛਲੀ ਵਾਰੀ ਕੀਤਾ ਸੀ ਆਪਾਂ ਨੇ ਕਿ ਫੋਰਸ ਦੇਖੋ ਕਿਹੜੀ ਲੈ ਰਹੇ ਆਪਾਂ, ਫੋਰਸ ਦੇਖਣੇ ਕਿਹੜੀ ਲੈ ਰਹੇ ਹਾਂ ਤੇ ਪੁਆਇੰਟ ਦੇਖਣਾ। ਇਹ ਫੋਰਸ ਨੂੰ ਪੁਆਇੰਟ ਦੇ ਅਬਾਊਟ ਘੁਮਾ ਦੇਣਾ, ਇਹ ਘੁਮਾਤਾ ਜੀ। ਡਾਇਰੈਕਸ਼ਨ ਕੀ ਬਣ ਗਈ ਆਪਣੇ ਕੋਲ? ਕਲੌਕਵਾਈਜ਼। ਕਲੌਕਵਾਈਜ਼ ਆਂਸਰ ਕੀ ਆਊਗਾ? ਨੈਗੇਟਿਵ। ਪਲੱਸ ਨੈਕਸਟ ਲਿਆ ਆਪਾਂ ਨੇ, ਹੁਣ F2 ਲਿਆ, ਇਹ ਫੋਰਸ ਪਿੱਛੇ ਪ੍ਰੋਡਿਊਸ ਕਰ ਲਈ ਜੀ ਆਪਾਂ ਨੇ। O ਤੋਂ ਪਰਪੈਂਡੀਕੂਲਰ ਡਰਾ ਕੀਤਾ ਫੋਰਸ ਉੱਪਰ, ਇਹ ਪਰਪੈਂਡੀਕੂਲਰ ਡਰਾ ਹੋ ਗਿਆ। ਫੋਰਸ
इंटू डिस्टेंस। डिस्टेंस कितना देखोगा उन्होंने 2, तो कितना आ गया, ये सॉल्व कर लो जी, ये आ गया 10√3 माइनस 15। ये मूवमेंट का आंसर आ गया। ये सैकेंड पार्ट अपना सॉल्व हो गया। यही गल उपर ज़्यादा ध्यान देना आपां। वेरिगनन थ्योरम कहती सीगी कि दो फोर्सेज का मूवमेंट कर लो अबाउट एनी पॉइंट, उसका अलजैब्रिक सम कर लवो, वो रिजल्टेंट के मूवमेंट के बराबर आऊगा अबाउट दैट पॉइंट। पॉइंट सेम रखना दोनों, पॉइंट नहीं आप चेंज करना। अबाउट एनी पॉइंट क्या सी वेरिगनन दे विच, मैं पॉइंट आप जिहड़ा मर्जी लै सकते हैं। उरे आपां ओ क्यों लिया, बिकॉज ओ आपां नूं स्टेटमेंट च मैंशन सी। ये सैकेंड पार्ट आ जी। हुण आपां ने देखना है इस तो बाद थर्ड पार्ट। थर्ड पार्ट की हैगा, हैंस फाइंड परपेंडिकुलर डिस्टेंस ऑफ द ओरिजिन फ्रॉम लाइन ऑफ एक्शन ऑफ द फोर्स। आ लाइन ऑफ एक्शन ऑफ फोर्स की हुंदा कि जिस लाइन के अलॉन्ग फोर्स एक्शन विच जां फोर्स लग रही है, जिस लाइन के अलॉन्ग फोर्स एक्शन विच जां कह लो लग रही है, ये लाइन के अलॉन्ग फोर्स एक्शन विच लग रही है। ओरिजिन तो आ डिस्टेंस लभना, आपां इहनूं ओ ए कह लवो। ओरिजिन तो परपेंडिकुलर ड्रॉ किया, ये ओ ए डिस्टेंस आपां फाइंड करना कि ओ ए डिस्टेंस कितना होगी। उन्हें एक वर्ड पाया छोटा जिहा मूरे, हैंस। हैंस का मतलब की हुंदा कि जिहड़ा उपर रिजल्ट प्रूव किया उहनूं यूज करके फिर डिस्टेंस कढना, सीधा डिस्टेंस नहीं कढना। सीधा भी कढ सकते हैं आप ट्रिग्नोमेट्री यूज करके, ट्रिग्नोमेट्री यूज करने वास्ते नहीं कही। हैंस वर्ड पाया, हैंस का मतलब हुंदा कि जो उपर रिजल्ट तुसीं बनाया हैगा वो रिजल्ट यूज करके फिर आपां ने डिस्टेंस फाइंड करना। चलो करते हैं, ये सौखा ही है। सौखा किवें देखो, उपर रिजल्ट च कढ़िया की है आपां ने, मतलब ये कढ़िया की है आपां ने, ये मूवमेंट ऑफ एफ कढ़िया अबाउट ओ, जिहड़ा आंसर कढ़िया इहनूं यूज करना आपां ने। तो यूज करते हैं, देखो आलसो मूवमेंट ऑफ एफ अबाउट ओ। मूवमेंट ऑफ एफ अबाउट ओ कितना आऊगा, ये सीधा कढ़ रहे हैं आप, जिवें आपां पिछले लास्ट लेक्चर किया सीगा, जिवें आपां इह कढ़े ने। मूवमेंट किवें कढ़ दिंदे, फोर्स लैने हुंदे करना, पहला आपां फोर्स लैने हुंदे एफ इंटू की करदे हुंदे आपां, ये फोर्स जिहड़े पॉइंट तो लभना हैगा वो पॉइंट तो फोर्स के उपर परपेंडिकुलर ड्रॉ करदे हैं इंटू ओ ए, और डिस्टेंस आएगा वो डिस्टेंस हो गया। ये मल्टीप्लाई किया, मूवमेंट आ गया, फिर डायरेक्शन देखनी होती है। ये पॉइंट के अबाउट फोर्स अपने घुमाती, डायरेक्शन की हैगी आ एंटी क्लॉकवाइज, एंटी क्लॉकवाइज की आ गया अपने को पॉजिटिव। ये मूवमेंट हो गया, ये डायरेक्ट कढ़िया अपने। एफ कितना दिता है सी आपां नूं जी, फोर्स आपां कढ़ी सीगी, ये 10 आई सी फोर्स, पिछे चैक कर लियो, 10 इंटू ओ ए, ये डिस्टेंस आ, ये आपां ने फाइंड करना। हुण देखो ध्यान नाल, ये मूवमेंट आपां डायरेक्ट कढ़िया, आ रिजल्ट भी यूज करना, हैंस वर्ड पाया उन्हें। ये मूवमेंट आपां डायरेक्ट कढ़िया, ये कितना कढ़िया आपां ने वेरिगनन नाल, ये दोनों बराबर ही होणगे। लिखिया देखो, मूवमेंट ऑफ एफ अबाउट ओ पक्का इक्वल होगा। ये आपां वेरिगनन नाल कढ़िया, ये डायरेक्ट कढ़िया, दोनों गल्लां सेम ने। देयरफॉर ये भी मूवमेंट ऑफ एफ अबाउट ओ कढ़िया आपां ने, ते ये भी मूवमेंट ऑफ एफ अबाउट ओ कढ़िया। फर्क की है, ये सीधा कढ़िया आपां ने, ये वेरिगनन नाल कढ़िया। ये यूज करने वास्ते कहा आपां, हैंस मतलब ये यूज करने वास्ते क्या, तो दोनों मूवमेंट आपां इक्वल कर लवांगे, फिर यूज हो जाएगा। देयरफॉर 10√3 माइनस 15 इज इक्वल टू 10 इंटू ओ ए। दिस इंप्लाई जो ओ ए डिस्टेंस हैगा 10√3 माइनस 15 बाय 10, ये 5 कैंसल कर लवो, 2√3 माइनस 3 बाय 2, जो भी आ गया आंसर, मतलब जो परपेंडिकुलर डिस्टेंस है वो इहदे बराबर आऊगा। ये सारा क्वेश्चन जिहड़ा हैगा ओवरऑल काफ़ी इंपॉर्टेंट क्वेश्चन है, ये पेपर च बहुत, मैं कह लो कि पूरे चैप्टर दे विचों सब तो इंपॉर्टेंट क्वेश्चन यही है। जो बाकी का काम सौखा सी, मेन ये गल पर फोकस करना वेरिगनन थ्योरम वाला कंसैप्ट। इनू करने वास्ते आपां 2-3 क्वेश्चन होर करने, फिर होर समझ आ जाएगा।
ਇਹ ਹੈਗਾ ਆਪਣੇ ਕੁਐਸਚਨ ਇਹਦੇ ਨਾਲ ਦਾ ਹੀ ਆ, ਇਹਦੇ ਵਰਗਾ ਹੀ ਕੰਸੈਪਟ ਆ ਥੋੜਾ ਜਿਹਾ। ਮੈਂ ਸਟੇਟਮੈਂਟ ਤਰ੍ਹਾਂ ਸਾਫ਼ ਕਰ ਲਈਏ ਬੋਰਡ। ਬਾਕੀ ਤੁਹਾਡਾ ਵੀ ਹੈ ਕਿ ਤੁਸੀਂ ਆਪਣੀ ਪ੍ਰੈਕਟਿਸ ਕਰੀ ਜਾਓ ਘਰੇ। ਚਲੋ ਦੇਖੋ ਜੀ, ਆਪਾਂ ਕੁਐਸਚਨ, ਮੈਂ ਸਟੇਟਮੈਂਟ ਪੜ੍ਹ ਰਿਹਾ, ਤੁਸੀਂ ਵੀ ਸਟੇਟਮੈਂਟ ਦੇਖ ਲਓ। ਅਪਲਾਈ ਵੈਰੀਗਨਨ ਥਿਊਰਮ to find moment of a force F about 1 whose horizontal and vertical components are 20 kg each and acts at 5,4. Also find the perpendicular distance from 1 to the line of action of force F। बिल्कुल सेम ਉਹਦੇ ਨਾਲ ਦਾ ਹੀ ਹੈ, ਜਸਟ ਪ੍ਰੈਕਟਿਸ ਵਾਸਤੇ ਸਮਝਾਉਣਾ ਹੈਗਾ। ਬਸ ਥੋੜਾ ਫਰਕ ਕੀ ਹੈ, ਉਹ 'ਚ ਐਂਗਲ ਗਿਵਨ ਨਹੀਂ ਹੈਗਾ, ਇਹ ਕੋਈ ਫਰਕ ਨਹੀਂ ਪੈਂਦਾ ਹੁੰਦਾ। ਪਹਿਲਾਂ ਐਂਗਲ ਸੀਗਾ, ਹੁਣ ਇਹ 'ਚ ਦੋਨੇ ਪਾਰਟ ਦੀ ਗੱਲ ਹੋ ਰਹੀ ਹੈ। ਦੇਖੋ ਹੋਰੀਜ਼ੋਨਟਲ ਪਾਰਟ ਵੀ ਦਿੱਤਾ ਹੋਇਆ ਆਪਾਂ ਨੂੰ, ਕੰਪੋਨੈਂਟ ਵਰਟੀਕਲ ਵੀ ਦਿੱਤਾ ਹੋਇਆ, ਇਹ ਕੋਈ ਫਰਕ ਨਹੀਂ ਪੈਂਦਾ ਹੁੰਦਾ, ਗੱਲ ਇੱਕੋ ਹੀ ਹੈ। ਪਹਿਲੇ ਕੁਐਸਚਨ ਵਿੱਚ ਵੀ ਤਾਂ ਹੋਰੀਜ਼ੋਨਟਲ ਵਰਟੀਕਲ ਦੋਨੇ ਕੱਢੇ ਸੀਗੇ, ਇਹਦੇ 'ਚ ਸਿੱਧੇ ਦਿੱਤੇ ਹੋਏ ਨੇ ਆਪਾਂ ਨੂੰ, ਇਸ ਕਰਕੇ ਸੌਖਾ ਹੀ ਹੈ ਜੀ ਇਹ। ਉਹ ਦੇਖਦੇ ਹਾਂ, ਚਲੋ ਆਪਾਂ ਜੋ ਡਾਇਗਰਾਮ ਬਣਾ ਰਹੇ ਹਾਂ, ਡਾਇਗਰਾਮ ਵਾਲਾ ਪ੍ਰੋਪਰ ਬਣਾਉਣੀ ਹੈ, ਪ੍ਰੋਪਰ ਬਣਾ ਲੈਣੀ ਹੈਗੀ ਹੈ। ਮਤਲਬ ਇੱਕ ਤਾਂ 5-4 ਦੀ ਗੱਲ ਕੀਤੀ ਆ, 1 2 3 4 5, 1 2 3 4। ਇੱਕ ਤਾਂ 1 ਪੁਆਇੰਟ ਦੀ ਗੱਲ ਹੋ ਰਹੀ ਹੈ, 1 1। ਇੱਕ ਹੋ ਰਹੀ ਆ 5,4 ਦੀ ਗੱਲ ਹੋ ਰਹੀ ਹੈ, ਇੱਥੇ 5,4 ਦੀ ਗੱਲ ਹੋ ਰਹੀ ਹੈ। ਇੱਥੇ ਕੋਈ ਫੋਰਸ ਲੱਗ ਰਹੀ ਆ, ਇਹ ਪਤਾ ਨਹੀਂ ਕਿਹੜੀ ਫੋਰਸ ਆ, ਐਫ ਫੋਰਸ ਆ ਮੰਨ ਲਓ। ਇਹ ਦਿੱਤਾ ਹੈ ਕਿ ਇਹਦਾ ਹੋਰੀਜ਼ੋਨਟਲ ਕੰਪੋਨੈਂਟ ਵੀ 20 ਹੈ, F1 ਕਹਤਾ, ਇਹ 20 ਹੈ ਜੀ, ਤੇ ਵਰਟੀਕਲ ਕੰਪੋਨੈਂਟ ਵੀ 20 ਹੈ ਜੀ। ਇਹ ਆਪਾਂ ਨੂੰ ਦੋਨੇ ਗਿਵਨ ਹੈ। ਇੱਥੇ ਜਦੋਂ ਫੋਰਸ ਨਿਕਲ ਜਾਏਗੀ ਉਹ ਕਰ ਲੈਣਾ, ਜਦੋਂ ਆਪਾਂ ਕਿਵੇਂ ਆਊਗੀ। ਇਸ ਤੋਂ ਬਾਅਦ ਇੱਕ ਤਾਂ ਆਪਾਂ ਨੇ ਵੈਰੀਗਨਨ ਥਿਊਰਮ ਲਾ ਕੇ ਪਹਿਲਾਂ ਵਾਂਗੂ ਹੀ ਵੈਰੀਗਨਨ ਥਿਊਰਮ ਲਾ ਕੇ ਐਫ ਦਾ ਮੂਵਮੈਂਟ ਲੱਭਣਾ ਹੈਗਾ ਅਬਾਊਟ 1 ਇਹਨੂੰ A ਪੁਆਇੰਟ ਮੰਨ ਲਿਆ, ਅਬਾਊਟ 1 ਕਿਹਾ। ਦੂਜਾ ਪਾਰਟ ਕੀ ਕਿਹਾ, ਜੋ ਲਾਈਨ ਆਫ ਐਕਸ਼ਨ ਆ ਫੋਰਸ ਦੀ, ਲਾਈਨ ਆਫ ਐਕਸ਼ਨ ਆ ਗਈ, ਇਹਦਾ ਇੱਥੋਂ ਡਿਸਟੈਂਸ ਲੱਭਣਾ ਆਪਾਂ ਨੇ, ਪਰਪੈਂਡੀਕੂਲਰ ਡਿਸਟੈਂਸ। ਦੋਨੇ ਪਾਰਟ ਪਹਿਲਾਂ ਵਾਂਗੂ ਹੀ ਆ, ਉੱਥੇ ਓਰੀਜਨਲ ਪੁਆਇੰਟ ਸੀ, ਇੱਥੇ ਪੁਆਇੰਟ 1 ਹੈ, ਇਹ ਕੋਈ ਫਰਕ ਨਹੀਂ ਪੈਂਦਾ, ਗੱਲ ਇੱਕੋ ਹੀ ਹੈ। ਸੋ ਦੇਖੋ ਧਿਆਨ ਨਾਲ, ਪਹਿਲਾਂ ਆਪਾਂ ਫੋਰਸ ਲੱਭ ਰਹੇ ਹਾਂ, ਹੁਣ ਇਹ 'ਚ ਕੰਸੈਪਟ ਕੀ ਲੱਗੂਗਾ। ਦੋਨੇ ਪਾਰਟ ਗਿਵਨ ਨੇ, ਐਂਗਲ 90 ਆ, ਇਹ ਹੁਣ ਪਿਛਲਾ ਇਹ F2 ਸੀ, ਸੌਰੀ। ਹੁਣ ਜੇ ਸੈਕਿੰਡ ਚੈਪਟਰ ਕੀਤਾ ਸੀ ਆਪਾਂ, ਉਵੇਂ ਰਿਜ਼ਲਟੈਂਟ ਕੱਢਾਂਗੇ, F ਸਕੇਅਰ ਇਜ਼ ਇਕੁਅਲ ਟੂ F1 ਸਕੇਅਰ F2 ਸਕੇਅਰ प्लस 2F1 F2 cos एंगल कितना है 90। ये आ गया 400 400 800 cos 90 कितना हो गया 0। F1 F2 की वैल्यूज भरिया ने, तो F कितना आ गया इथों 800 का स्केयर रूट मतलब 20√2, ये F निकल गया। ਇਹ ਲੋਡ ਸੀ, ਪੁੱਛਿਆ ਨਹੀਂ ਹੈਗਾ ਉਹਨੇ, ਲੋਡ ਸੀ ਤਾਂ ਆਪਾਂ ਕੱਢਿਆ। ਹੁਣ ਪੁਰਾਣੀ ਕੰਮ ਆ, ਦੇਅਰਫੋਰ ਬਾਏ ਵੈਰੀਗਨਨਸ ਥਿਊਰਮ ਮੂਵਮੈਂਟ ਆਫ F ਅਬਾਊਟ A, F ਦਾ ਮੂਵਮੈਂਟ ਅਬਾਊਟ A ਇਹ ਕਿਹਦੇ ਇਕੁਅਲ ਹੋਊਗਾ, ਇਜ਼ ਇਕੁਅਲਸ ਟੂ ਜਿਹੜੀਆਂ ਫੋਰਸਿਸ ਦਾ ਰਿਜ਼ਲਟੈਂਟ ਆ ਉਹਨਾਂ ਦੋਨਾਂ ਦਾ ਫੋਰਸ ਦੇ ਮੂਵਮੈਂਟ ਕੱਢਾਂਗੇ ਅਬਾਊਟ A, ਉਹਨਾਂ ਦਾ ਅਲਜੈਬਰਿਕ ਸਮ ਕਰਾਂਗੇ ਔਰ ਰਿਜ਼ਲਟੈਂਟ ਦੇ ਮੂਵਮੈਂਟ ਦੇ ਬਰਾਬਰ ਹੋਊਗਾ। ਇਹ ਕਹਿੰਦੀ ਹੈਗੀ ਆ ਵੈਰੀਗਨਨ ਥਿਊਰਮ। ਤਾਂ ਮਤਲਬ ਇਹ ਕੀ ਹੋਊਗਾ, ਮੂਵਮੈਂਟ ਆਫ ਅਲਜੈਬਰਿਕ ਸਮ of movements of F1 and F2
अबाउट ओ ए, अबाउट ए। ਹੁਣ ਇਹ ਸਿੱਧਾ ਕਰ ਰਹੇ ਹਾਂ ਜੀ। ਹੁਣ ਇਹ ਤੁਸੀਂ ਆਪਣੀ ਕਾਮਨ ਸੈਂਸ ਯੂਜ਼ ਕਰਨੀ ਹੈ। ਚਲੋ ਪਹਿਲਾਂ ਦੇਖੋ F1 ਦਾ ਮੂਵਮੈਂਟ ਕੱਢ ਰਹੇ ਹਾਂ ਅਬਾਊਟ ਏ। F1 ਆ A ਪੁਆਇੰਟ, F1 ਤੋਂ A ਪੁਆਇੰਟ ਉੱਪਰ ਆਪਾਂ ਪਰਪੈਂਡੀਕੂਲਰ ਡਰਾ ਕਰਾਂਗੇ। ਪਿੱਛੇ ਪ੍ਰੋਡਿਊਸ ਕਰ ਲਓ, ਇਹ ਪਰਪੈਂਡੀਕੂਲਰ ਡਰਾ ਹੋ ਗਿਆ। ਇਹ ਦੇਖੋ ਜੀ ਇਹ ਡਿਸਟੈਂਸ ਕਿੰਨਾ ਹੋਊ, ਜਿਹੜਾ ਓਵਰਆਲ ਡਿਸਟੈਂਸ ਆ 4 ਆ, ਇਹ ਕਿੰਨਾ ਉੱਚਾ ਜੀ, ਇਹ 1, ਇਹ ਡਿਸਟੈਂਸ 1 ਆ। ਦੇਖੋ ਜੀ ਆਹ ਡਿਸਟੈਂਸ ਜਿਹੜਾ ਹੈਗਾ ਇਹ 1 ਆ, ਤਾਂ ਇੱਥੋਂ ਇੱਥੇ ਡਿਸਟੈਂਸ ਕਿੰਨਾ ਹੋਊਗਾ, ਓਵਰਆਲ 4 ਡਿਸਟੈਂਸ ਆ, 1 ਰਹਿ ਗਿਆ ਛੱਡਤਾ ਆਪਾਂ ਨੇ, ਇਹ ਡਿਸਟੈਂਸ 3 ਰਹਿ ਗਿਆ, ਤਾਂ ਡਿਸਟੈਂਸ 3 ਹੈ। ਤਾਂ ਫੋਰਸ ਇੰਟੂ ਡਿਸਟੈਂਸ, ਇਹਦੀ ਵੈਲਿਊ F1 ਦੀ ਵੈਲਿਊ ਬਾਅਦ ਚੋਂ ਭਰ ਦਾਂਗੇ। ਡਾਇਰੈਕਸ਼ਨ ਚੈੱਕ ਕਰਨੀ ਹੈ, ਡਾਇਰੈਕਸ਼ਨ ਕੀ ਹੋਊਗੀ, ਇਹ ਪੁਆਇੰਟ ਦੇ ਅਬਾਊਟ ਫੋਰਸ ਘੁਮਾ ਦਿਓ, ਇਹ ਕਲੌਕਵਾਈਜ਼ ਹੋਏਗੀ, ਕਲੌਕਵਾਈਜ਼ ਆਂਸਰ ਕੀ ਆ ਗਿਆ, ਨੈਗੇਟਿਵ। ਦੂਜਾ ਲਿਆ ਇਸ ਤੋਂ ਬਾਅਦ F2 ਫੋਰਸ, ਵੈਲਿਊ F2 ਦੀ ਬਾਅਦ ਚ ਭਰ ਦੇਵਾਂਗੇ, F2 ਫੋਰਸ ਆ ਗਈ। ਹੁਣ F2 ਪਿੱਛੇ ਪ੍ਰੋਡਿਊਸ ਕਰ ਲਈ ਪਰਪੈਂਡੀਕੂਲਰ ਡਰਾ ਕਰਨ ਵਾਸਤੇ, ਇੱਥੋਂ ਆਪਾਂ ਨੇ ਪਰਪੈਂਡੀਕੂਲਰ ਡਰਾ ਕੀਤਾ। ਇਹ ਡਾਇਗਰਾਮ ਖੁੱਲੀ ਜੀ ਬਣਾਉਣੀ ਆ ਤਾਂ ਜੋ ਸਮਝ ਆਵੇ ਸਾਰਾ ਕੀ ਹੋ ਕੀ ਰਿਹਾ। ਇੱਥੋਂ ਪਰਪੈਂਡੀਕੂਲਰ ਡਰਾ ਕਰਤਾ, ਆਹ ਡਿਸਟੈਂਸ ਜਿਹੜਾ ਹੈਗਾ ਓਵਰਆਲ ਇਹ 5 ਆ। ਜੇ ਡਿਸਟੈਂਸ 5 ਹੈਗਾ, ਇੱਥੋਂ ਲੈਣਾ ਡਿਸਟੈਂਸ ਆਪਾਂ ਨੇ, ਇੱਥੋਂ ਪਹਿਲਾਂ ਵਾਂਗੂ, ਤਾਂ ਜਿਹੜਾ ਆਹ ਡਿਸਟੈਂਸ ਹੈਗਾ ਆਪਣੇ ਕੋਲ, ਇਹ ਡਿਸਟੈਂਸ 1 ਰਹਿ ਗਿਆ। ਜੇ ਇਹ ਡਿਸਟੈਂਸ ਇਹ ਡਿਸਟੈਂਸ 5 ਆ ਓਵਰਆਲ, ਆਹ ਡਿਸਟੈਂਸ 1 ਹੈਗਾ। ਜੇ ਡਿਸਟੈਂਸ 1 ਹੈਗਾ ਤਾਂ ਆਹ ਡਿਸਟੈਂਸ ਓਵਰਆਲ 4 ਆ। ਜੇ ਡਿਸਟੈਂਸ ਓਵਰਆਲ 4 ਹੈਗਾ ਤਾਂ ਫੋਰਸ ਇੰਟੂ ਡਿਸਟੈਂਸ, ਫੋਰਸ ਇੰਟੂ ਡਿਸਟੈਂਸ ਲਾਇਆ ਆਪਾਂ ਨੇ, ਇਹ ਮੂਵਮੈਂਟ ਆ ਗਿਆ। ਡਾਇਰੈਕਸ਼ਨ ਚੈੱਕ ਕਰ ਲਓ ਕੀ ਹੋਊਗੀ, ਇਸ ਪੁਆਇੰਟ ਦੇ ਅਬਾਊਟ ਫੋਰਸ ਨੂੰ ਘੁਮਾਤਾ, ਐਂਟੀ ਕਲੌਕਵਾਈਜ਼ ਪੋਜ਼ਿਟਿਵ ਹੋ ਗਿਆ। ਇਹਨੇ ਵੈਲਿਊ ਭਰ ਲੈਂਦੇ ਆਪਾਂ ਹੁਣ, ਇਹ ਵੀ 20 ਆ ਜੀ, ਇਹ ਵੀ 20 ਆ, 60 ਮਾਈਨਸ 80 20 ਆਂਸਰ ਆ ਗਿਆ ਹੋਊਗਾ। ਇਹ ਆਪਣੇ ਕੋਲ ਕੀ ਆ ਗਿਆ, ਇਹ ਕੀ ਕੱਢਿਆ ਆਪਾਂ ਨੇ, ਇਹ ਕੱਢਿਆ ਆਪਾਂ ਨੇ ਮੂਵਮੈਂਟ ਆਫ F ਅਬਾਊਟ A, ਇਹ ਕਿੰਨਾ ਆ ਗਿਆ ਆਪਣੇ 20। ਇਹ ਕੱਢਿਆ ਕਿਵੇਂ ਆਪਾਂ ਨੇ, ਬਾਈ ਯੂਜ਼ਿੰਗ ਵੈਰੀਗਨਨ ਥਿਊਰਮ। ਇਹ ਵੈਰੀਗਨਨ ਥਿਊਰਮ ਨਾਲ ਕੀਤਾ ਆਪਾਂ। ਹੁਣ ਉਹ ਵੀ ਸੈਕਿੰਡ ਪਾਰਟ ਕਰਨਾ ਆਪਾਂ ਨੇ। ਡਾਇਗਰਾਮ ਰੱਬ ਹੋ ਗਈ, ਦੁਬਾਰਾ ਬਣਾਉਣੀ ਪੈਣੀ ਹੈ ਜੀ। ਸੋ ਡਾਇਗਰਾਮ ਬਣਾ ਲਈਏ ਫਟਾਫਟ। ਆਹ ਫੋਰਸ ਹੈ, ਇਹ ਫੋਰਸ ਪਿੱਛੇ ਪ੍ਰੋਡਿਊਸ ਕੀਤੀ ਆਪਾਂ ਨੇ, ਤੇ ਆਹ ਡਿਸਟੈਂਸ ਲੱਭਣ ਵਾਸਤੇ ਕਿਹਾ ਉਹਨਾਂ ਨੇ ਕਿ ਜੋ ਲਾਈਨ, ਜਿਵੇਂ ਪਹਿਲਾਂ ਕੀਤਾ ਸੀ, ਲਾਈਨ ਆਫ ਐਕਸ਼ਨ ਆਫ ਫੋਰਸ ਹੈਗੀ ਆ, ਇਹਦਾ A ਤੋਂ ਡਿਸਟੈਂਸ ਕਿੰਨਾ ਹੋਊਗਾ। ਉਹ ਮੈਨੂੰ AB ਮੰਨ ਲਿਆ ਪਰਪੈਂਡੀਕੂਲਰ ਡਿਸਟੈਂਸ AB, ਤੇ ਇਹ ਵੈਰੀਗਨਨ ਨਾਲ ਕੱਢਾਂਗੇ ਆਪਾਂ, ਜਿਵੇਂ ਪਹਿਲਾਂ ਕੀਤਾ ਉਵੇਂ ਹੈ। ਆਲਸੋ ਮੂਵਮੈਂਟ ਆਫ F ਅਬਾਊਟ A, ਮੂਵਮੈਂਟ ਆਫ F ਅਬਾਊਟ A ਕੀ ਆਊਗਾ ਜੀ, ਮੂਵਮੈਂਟ ਆਫ F ਅਬਾਊਟ A ਹੋ ਗਿਆ ਫੋਰਸ F, ਫੋਰਸ ਇੰਟੂ ਡਿਸਟੈਂਸ, ਡਿਸਟੈਂਸ ਕੀ ਹੋ ਗਿਆ AB। ਫੋਰਸ ਕੱਢੀ ਹੋਈ ਆ ਆਪਾਂ ਨੇ ਸੀਗੀ 20√2 ਇੰਟੂ AB। ਆਲਸੋ ਇਹ ਆਪਾਂ ਸਿੱਧਾ ਕੱਢਿਆ ਮੂਵਮੈਂਟ, ਇਹ ਕੱਢਿਆ ਹੈਗਾ ਬਾਈ ਯੂਜ਼ਿੰਗ ਵੈਰੀਗਨਨ, ਦੋਨੇ ਆਪਸ 'ਚ ਇਕੁਅਲ ਨੇ, ਸੇਮ ਹੀ ਮੂਵਮੈਂਟ ਆ। ਇਹ ਵੀ ਮੂਵਮੈਂਟ ਆਫ F ਅਬਾਊਟ A ਆ ਜੀ, ਇਹ ਵੀ ਮੂਵਮੈਂਟ ਆਫ F ਅਬਾਊਟ A, ਦੋਨੇ ਇਕੁਅਲ ਹੋਣਗੇ। ਆਲਸੋ 20 ਇਜ਼ ਇਕੁਅਲ ਟੂ, ਇਹ ਦੋਨੇ ਬਰਾਬਰ ਹੋਣਗੇ। ਇੱਥੋਂ ਡਿਸਟੈਂਸ ਆ ਜਾਊਗਾ ਜੀ, ਮਤਲਬ AB ਆਪਣਾ ਡਿਸਟੈਂਸ ਆ ਗਿਆ ਜੀ 1/√2। ਇਹ ਆਪਣਾ ਟੌਪਿਕ ਸੀ। ਇਹਦੇ ਵਿੱਚ ਇਹ ਕੁਐਸਚਨ ਕਰਵਾਉਣੇ ਸੀ 2 ਇਹਦੇ ਵਿੱਚੋਂ, ਇਹ ਦੋਨੇ ਇੱਕੋ ਤਰ੍ਹਾਂ ਦੇ ਕੁਐਸਚਨ ਨੇ, ਕਾਫੀ ਇੰਪੋਰਟੈਂਟ ਨੇ ਜੀ। ਇਹਦੇ ਨਾਲ ਦੇ ਕੁਐਸਚਨ ਹੋਰ ਵੀ ਹੈਗੇ ਨੇ ਜੀ, ਉਹ ਪਹਿਲਾਂ ਆਪਾਂ ਥਿਊਰਮ ਪ੍ਰੂਵ ਕਰਾਂਗੇ, ਬਾਅਦ ਚੋਂ ਬਾਕੀ ਕੁਐਸਚਨ ਬਾਅਦ ਚੋਂ ਕਰਾਂਗੇ।
ਇਹ ਪਹਿਲਾਂ ਇਹ ਤਾਂ ਕਰਵਾਏ ਗਏ ਨੇ, ਤੁਹਾਨੂੰ ਸਮਝ ਆ ਜਾਏਗੀ ਵੈਰੀਗਨਨ ਥਿਊਰਮ ਕਿਵੇਂ ਸੀਗੀ ਕਿ ਜੋ ਰਿਜ਼ਲਟੈਂਟ ਦਾ ਮੂਵਮੈਂਟ ਹੋਊਗਾ ਉਹ ਉਹਨਾਂ ਦੇ ਕੰਪੋਨੈਂਟਸ ਦੇ ਮੂਵਮੈਂਟ ਦਾ ਅਲਜੈਬਰਿਕ ਸਮ ਦੇ ਬਰਾਬਰ ਹੋਊਗਾ, ਤੇ ਦੋਨਾਂ 'ਚ ਪੁਆਇੰਟ ਆਪਾਂ ਸੇਮ ਰੱਖਣਾ। ਚਲੋ ਇਹੀ ਕੰਮ ਕਰਨਾ ਆਪਾਂ, ਬਾਕੀ ਨੈਕਸਟ ਲੈਕਚਰ ਵਿੱਚ ਕਰਾਂਗੇ ਜੀ। ਥੈਂਕ ਯੂ।